बेसिकली फर्स्ट लॉ ऑफ थर्मोडायनेमिक्स की हुंदा बोलेगा कोई है ना? Sir, energy can neither be destroyed but remains constant in this universe and merely changes. किस फॉर्म दे विच आपां कहने कि भी कांस्टेंट हैगी आ? ਆਪਾਂ ਜੋ ਲਿੱਤਾ ਸੀਗਾ ਇਹਨੂੰ ਆਪਾਂ ਇਹ ਕਿਹਾ ਸੀ ਪੁੱਤ ਥੋੜਾ ਜਿਹਾ ਇਹਦੇ ਚ ਚੇਂਜ ਇਹ ਸੀਗੀ ਅਸੀਂ ਕਿਹਾ ਸੀ ਕਿ ਵੀ ਸਾਡੀ એનર્ਜੀ ਜਿਹੜੀ ਆ ਅਸੀਂ ਉਹਦੀ ਹੀਟ ਫਾਰਮ ਮੇਨ ਲੈ ਰਹੇ ਹਾਂ ਅਸੀਂ ਕਿਹਾ ਸੀ ਕਿ ਜਿਹੜੀ ਸਿਸਟਮ ਨੂੰ ਹੀਟ એનર્ਜੀ ਸਪਲਾਈ ਕਰਾਂਗੇ ਠੀਕ ਹੈ ਸਿਸਟਮ ਦੇ ਅੰਦਰ ਉਹ એનર્ਜੀ ਜਿਹੜੀ ਆ ਉਹ ਦੋ ਥਾਂ ਤੇ ਯੂਟਿਲਾਈਜ਼ ਹੁੰਦੀ ਆ part of the energy is used to increase the internal energy mean temperature change ਕਰਨ ਵਾਸਤੇ and rest of the energy is used to do the work यानी अपने को जिन्नी सिस्टम ਨੂੰ એનર્ਜੀ ਦਿੱਤੀ ਅਸੀਂ ਯੂਨੀਵਰਸ ਦੀ એનર્ਜੀ ਐਡ ਨਹੀਂ ਕੀਤੀ ਬੇਟਾ ਅਸੀਂ ਇਹਦੇ ਚ ਗਿਵਨ ਸਿਸਟਮ ਦੇ ਅੰਦਰ ਇਹ ਲੈ ਕੇ ਚੱਲੇ ਸੀਗੇ ਕਿ ਵੀ ਸਿਸਟਮ ਨੂੰ ਜਿਹੜੀ એનર્ਜੀ ਦਿੰਦੇ ਹੋ ਉਸ ਸਿਸਟਮ ਦੀ એનર્ਜੀ ਹਮੇਸ਼ਾ ਕੰਜ਼ਰਵਡ ਆ ਸਿਸਟਮ ਉਸ એનર્ਜੀ ਨੂੰ ਦੋ ਵੇ ਨਾਲ ਯੂਜ਼ ਕਰਦਾ ठीक है कुछ एनर्जी वो टेंपरेचर इनक्रीज करने वास्ते और बाकी दी एनर्जी जड़ी आ वो एसएच एक्सपेंशन करने लई जड़ा वर्क करना पएगा वो ची यूज करदा ठीक है आपा मैथमेटिकली इनु इदा किया सीगा जे आपा मैथमेटिकली चलिए ते मैथमेटिकली ਅਸੀਂ डिफाइन ਕੀਤਾ ਸੀਗਾ ਕਿ ਸਾਡੇ ਕੋਲ ਜਿਹੜੀ dq એનર્ਜੀ ਆ ਠੀਕ ਹੈ ਇਹ ਹਮੇਸ਼ਾ ਮੇਰੇ ਕੋਲ ਦੋ ਫਾਰਮ ਚ એનર્ਜੀ ਯੂਜ਼ ਕਰਦੇ ਆ ਅਸੀਂ dq = du + dw ठीक है और ਇਹਦੇ ਵਿੱਚ ਅਸੀਂ ਡਿਫਾਈਨ ਕੀਤਾ ਕਿ ਵੀ ਐਸਾ ਜਿਹੜੀ એનર્ਜੀ ਸਿਸਟਮ ਚ ਇਨਵੋਲਵਡ ਹੋਏਗੀ ਠੀਕ ਹੈ ਟੂ ਗਿਵ એનર્ਜੀ ਟੂ ਦਾ ਸਿਸਟਮ ਔਰ ਟੂ ਟੇਕ ਐਨ એનર્ਜੀ ਫਰਮ ਦਾ ਸਿਸਟਮ ਇਹਦੇ ਕਰਕੇ ਇੱਕ ਤੇ ਸਿਸਟਮ ਦੇ ਟੈਂਪਰੇਚਰ ਦੇ ਵਿੱਚ ਔਰ ਇੱਕ ਸਿਸਟਮ ਦੇ ਕਹਿੰਦਾ ਜੀ ਵੋਲਿਊਮ ਦੇ ਵਿੱਚ ਅਸੀਂ ਚੇਂਜ ਕੰਸੀਡਰ ਕਰਦੇ ਠੀਕ ਹੈ ਇਹਨੂੰ ਅਸੀਂ ਕਹਿੰਦੇ ਸੀ ਟੈਂਪਰੇਚਰ ਦੇ ਨਾਲ ਰਿਲੇਟਡ ਆ ਟਰਮ ਔਰ dw ਦੀ ਥਾਂ ਤੇ ਅਸੀਂ pdv ਡਿਫਾਈਨ ਕੀਤਾ ਸੀ ਇਹਨਾਂ ਕਲੀਅਰ ਆ Yes, sir. Yes. Yes, sir. ਚਲ ਹੁਣ ਇਹਦੇ ਵਿੱਚ ਹੀ ਇੱਕ ਐਪਲੀਕੇਸ਼ਨ ਹੋਰ ਉਹਨੇ ਦਿੱਤੀ ਕੱਲ ਜਿਹੜੀ ਆਪਾਂ ਕੀਤੇ ਸੀਗੇ ਕਿ ਵੀ ਆਈਸੋਥਰਮਲ ਪ੍ਰੋਸੈਸ ਹੋਵੇ ਐਡੀਆਬੈਟਿਕ ਪ੍ਰੋਸੈਸ ਆ ਜਾਏ ਜਾਂ ਬਾਕੀ ਸਾਰੇ ਜਿਹੜੇ ਪ੍ਰੋਸੈਸ ਆ ਉਹਨਾਂ 'ਚ ਫਸਟ ਲਾਅ ਕਿੱਦਾਂ ਅਪਲਾਈ ਹੁੰਦਾ ਤੇ ਬੇਟਾ ਇਹਦੇ ਵਿੱਚ ਇੱਕ ਹੋਰ ਉਹਨੇ ਪ੍ਰੋਸੈਸ ਦਿੱਤਾ ਸੀ ਉਹਨੂੰ ਨਾਮ ਦੇ ਦਿੰਦੇ ਮੈਲਟਿੰਗ ਪ੍ਰੋਸੈਸ ਠੀਕ ਹੈ एक मेल्टिंग प्रोसेस ਤੇ ਇੱਕ ਬੋਇਲਿੰਗ ਪ੍ਰੋਸੈਸ ਆ ਦੋ ਹੋਰ ਤੁਹਾਡੀਆਂ ਟਰਮ ਆ ਜਾਣੀਆਂ मेल्टिंग प्रोसेस ਦੇ ਵਿੱਚ ਉਹਨਾਂ ਡਿਫਾਈਨ ਕੀਤਾ ਕਿ ਜੀ ਜਿੱਦਾਂ ਮੰਨ ਲਓ ਮੇਰੇ ਕੋਲ ਕੋਈ ਆਈਸ ਦਾ ਪੀਸ ਮੈਲਟ ਕਰਦਾ ਪਿਆ ਨਾ ਤੇ ਜਦੋਂ ਆਈਸ ਪੀਸ ਮੈਲਟ ਕਰਦਾ ਪਿਆ ਤੇ ਡਿਊਰਿੰਗ ਮੈਲਟਿੰਗ ਜਿਹੜੇ ਐਸਐਚ એનર્ਜੀ ਸਿਸਟਮ ਨੂੰ ਜਿਹੜੀ ਜਾਂਦੀ ਪਈ ਆ ਉਹ ਕਿਹੜੇ ਕੰਮ 'ਚ ਲੱਗਦੀ ਤੇ ਅਸੀਂ ਇਹ ਕੰਸੀਡਰ ਕਰਦੇ ਆ ਮੈਲਟਿੰਗ ਔਰ ਬੋਇਲਿੰਗ ਦੇ ਵਿੱਚ ਮੇਨ ਡਿਫਰੈਂਸ ਕਿਤੇ ਆ ਜੇ ਮੇਰੇ ਕੋਲ 1 ਸੈਂਟੀਮੀਟਰ ਕਿਊਬ ਆਈਸ ਦਾ ਪੀਸ ਹੋਵੇ ਤੇ 1 ਸੈਂਟੀਮੀਟਰ ਕਿਊਬ ਮੇਰੇ ਕੋਲ ਵਾਟਰ ਦਾ ਵੋਲੀਅਮ ਹੋਵੇ ਦੋਨਾਂ ਨੂੰ ਮੈਂ ਬਰਾਬਰ ਦੀ ਹੀਟ એનર્ਜੀ ਜੇ ਦੋਨਾਂ ਨੂੰ ਮੈਂ ਹੀਟ એનર્ਜੀ ਸਪਲਾਈ ਕਰਾਂ ਤੇ ਅਸੀਂ ਅਬਜ਼ਰਵ ਕਰਦੇ ਹਾਂ ਕਿ ਜਿਹੜੀ ਹੀਟ એનર્ਜੀ ਲੈ ਕੇ ਆਈਸ ਦਾ ਪੀਸ ਮੈਲਟ ਹੋਏਗਾ ਉਸ ਮੈਲਟਡ ਵਾਟਰ ਦਾ ਵੋਲੀਅਮ ਆਲਮੋਸਟ ਉਨਾ ਕਿ ਹੀ ਹੋਏਗਾ जिन्ना क मेरे को आइस दा वॉल्यूम यानी मेल्टिंग प्रोसेस दे अंदर वॉल्यूम दी चेंज जेड़ी आ वो नेग्लिजिबल आ पर बॉइलिंग प्रोसेस दे अंदर 1 सेंटीमीटर क्यूब के वाटर गिवन आ जे उन्हों सी एसएच कहंदा जी बॉयल करिए ते बॉयल होण ते ओ जदों स्टीम च कन्वर्ट होएगा ठीक है ते ओदे अंदर वॉल्यूम दी चेंज बहुत एनलार्ज अमाउंट च आएगी ਇਹਦਾ ਮਤਲਬ ਜਦੋਂ ਹੀਟ એનર્ਜੀ ਇਹਨਾਂ ਦੋਨਾਂ ਪ੍ਰੋਸੈਸ 'ਚ ਸਪਲਾਈ ਕਰਾਂਗੇ ਔਰ ਦੋਨੋਂ ਪ੍ਰੋਸੈਸ ਦੇ ਅੰਦਰ ਸਟੇਟ ਚੇਂਜ ਹੁੰਦੀ ਹੈ ਤੇ ਬੇਟਾ ਮੈਂ ਇੱਕ ਫਾਰਮੂਲਾ ਆ ਦੱਸਿਆ ਸੀਗਾ ਕਿ dq ਦੇ ਦੋ ਫਾਰਮੂਲੇ ਆ ms ਡੈਲਟਾ t ਇਹ ਉਦੋਂ ਲਈਏ dq ਦਾ ਫਾਰਮੂਲਾ ਜਦੋਂ ਤੁਹਾਡੇ ਕੋਲ ਸਿਸਟਮ ਦੇ ਟੈਂਪਰੇਚਰ 'ਚ ਚੇਂਜ ਆ ਰਹੀ ਹੈ ਯਾਨੀ ਜੇ ਸਿਸਟਮ ਦੇ ਅੰਦਰ ਯਾਨੀ ਗਿਵਨ ਬਾਡੀ ਦਾ ਟੈਂਪਰੇਚਰ ਚੇਂਜ ਹੋਵੇ ਫਿਰ ਹੀਟ એનર્ਜੀ ਦਾ ਫਾਰਮੂਲਾ ਸੀ ms ਡੈਲਟਾ t ਦੀ ਫਾਰਮ 'ਚ ਕਹਿ ਦਾਂਗੇ और जे मेरे को सबस्टेंस दी स्टेट चेंज होवे जे सबस्टेंस दी स्टेट चेंज होवे टेंपरेचर नहीं चेंज होवे ते ओदो dq दा फार्मूला सी ml दी फॉर्म च लिखदे l मेरे को लेटेंट हीट ऑफ सबस्टेंस आ
S मेरे को स्पेसिफिक हीट ऑफ द सबस्टेंस है, लेटेंट हीट ए डिफाइन कर दिया अमाउंट ऑफ हीट एनर्जी रिक्वायर्ड टू चेंज द स्टेट ऑफ द बॉडी। बॉडी ਦੀ ਸਟੇਟ ਨੂੰ ਚੇਂਜ ਕਰਨ ਵਾਸਤੇ m ਗ੍ਰਾਮ ਬॉडी ਦਾ ਮਾਸ ਆ ਤੇ l ਬॉडी ਦੀ ਲੇਟੈਂਟ ਹੀਟ ਆ। ਇਹਦੇ ਨਾਲ ਬॉडी ਦੀ એનર્ਜੀ ਯੂਜ਼ ਜਿਹੜੀ ਹੋਏਗੀ ਉਹ ਬॉडी ਦੀ ਸਟੇਟ ਨੂੰ ਚੇਂਜ ਕਰਨ ਲਈ ਹੋਏਗੀ। ਸੋ ਇਹਨਾਂ ਦੋਨਾਂ ਪ੍ਰੋਸੈਸ ਦੇ ਅੰਦਰ ਜਿਹੜੀ ਹੀਟ એનર્ਜੀ ਤੁਸੀਂ ਸਿਸਟਮ ਨੂੰ ਦਿੰਨੇ ਪਏ ਉਹ ml ਦੇ ਬਰਾਬਰ ਦਿੰਨੇ। ਹੁਣ ਲੱਗਦੀ ਕਿਹੜੇ ਕਿਹੜੇ ਕੰਮ ਪਈ ਆ, ਅਸੀਂ ਕਹਿੰਦੇ ਜੀ ਡਿਊਰਿੰਗ ਮੈਲਟਿੰਗ ਸਿਰਫ ਔਰ ਸਿਰਫ ਉਸ ਮੂਵਮੈਂਟ ਦੇ ਉੱਤੇ, ठीक है जी, ਉਹਦੇ ਐਸ ਸੱਚ ਇੰਟਰਨਲ એનર્ਜੀ ਦੇ ਵਿੱਚ ਚੇਂਜ ਲਿਆਏਗੀ, ਪਰ ਵੋਲੀਅਮ ਦੀ ਚੇਂਜ ਜਿਹੜੀ ਉਹ ਨੈਗਲੀਜੀਬਲ, ਯਾਨੀ ਮੈਲਟਿੰਗ ਵੇਲੇ dq ml ਬਣੇਗਾ। dw ਦੀ ਵੈਲਿਊ ਜਿਹੜੀ ਕਿ pd ਦੀ ਹੁੰਦੀ ਆ ਇਹ ਆਲਮੋਸਟ ਅਸੀਂ ਕਹਿੰਦੇ 0 ਰਹੇਗੀ, ਠੀਕ ਹੈ। ਤੇ देयरफॉर ਜੇ ਇੱਥੇ ਅਪਲਾਈ ਕਰੀਏ ਤੇ ਵੀ ਕੈਨ ਰਾਈਟ ਇਹਨੂੰ ਫਸਟ ਲਾਅ ਦੇ ਅੰਦਰ ਅਪਲਾਈ ਕਰਾਂ, dq ਦੀ ਵੈਲਿਊ ml ਆ ਗਈ equal to du plus 0, यानी आ प्रोसेस मेरे को बनेगा मीन जिन्नी एनर्जी सिस्टम ਨੂੰ ਦਿੰਨੇ ਪਏ ਹੋ ਉਹ ਉਹਦੀ ਇੰਟਰਨਲ એનર્ਜੀ ਨੂੰ ਚੇਂਜ ਕਰਨ ਚ ਲੱਗਦੀ। ਪਰ ਇੱਥੇ ਇੰਟਰਨਲ એનર્ਜੀ ਦੀ ਚੇਂਜ ਵਿੱਚ ਵੀ ਧਿਆਨ ਰੱਖੋ, ਜਿਹੜੀ ਇੰਟਰਨਲ એનર્ਜੀ ਆ ਅਸੀਂ ਕਹਿੰਦੇ ਇਟ ਦਾ ਸਮ ਟੋਟਲ ਆਫ kinetic energy and potential energy of the given gas molecule ਜਿਹੜੇ ਨੇ ਉਹ ਵਾਈਬ੍ਰੇਟ ਕਰਦੇ, ਜਿਹਦੇ ਕਰਕੇ ਐਸਐਚ ਉਹਦਾ ਟੈਂਪਰੇਚਰ ਜਿਹੜਾ ਵਾ ਹਨਾ ਉਹ ਤਾਂ ਨਹੀਂ ਚੇਂਜ ਕਰਾਂਦੇ, ਪਰ ਇਸ ਇਨਸਟੈਂਟ ਦੇ ਉੱਤੇ ਉਹਦੇ ਵਿੱਚ ਹੋਣਾ ਕੀ ਆ, ਉਹਦਾ ਇੰਟਰ ਪਾਰਟੀਕਲ ਗੈਪ ਜਿਹੜਾ ਵਾ that will going on changing। ਸੋ ਇੰਟਰ ਪਾਰਟੀਕਲ ਗੈਪ ਦੇ ਚੇਂਜ ਹੋਣ ਕਰਕੇ ਜਿਹੜੀ ਸਬਸਟੈਂਸ ਦੀ ਸਟੇਟ ਹੋਏਗੀ ਹਨਾ ਉਹ ਚੇਂਜ ਹੁੰਦੀ ਹੈ ਤੇ ਉਹ ਸੋਲਿਡ ਤੋਂ ਲਿਕੁਇਡ ਦੇ ਅੰਦਰ ਜਿਹੜਾ ਵਾ ਉਹ ਸਬਸਟੈਂਸ ਕਨਵਰਟ ਹੋ ਰਿਹਾ। ਇਸ ਲਈ ਇਸ ਪ੍ਰੋਸੈਸ ਦੇ ਅੰਦਰ ਡਿਊਰਿੰਗ ਮੈਲਟਿੰਗ ਜਿੰਨੀ એનર્ਜੀ ਦਵਾਂਗਾ ਉਹ ਸਾਰੇ ਦੀ ਸਾਰੀ એનર્ਜੀ ਸਿਰਫ ਔਰ ਸਿਰਫ ਉਹਦੇ ਇੰਟਰਨਲ એનર્ਜੀ ਦੀ ਚੇਂਜ ਵਿੱਚ ਯੂਜ਼ ਹੋਏਗੀ। ਵਰਕ ਡਨ ਦੀ ਫਾਰਮ ਚ ਅਸੀਂ ਕਹਿੰਦੇ ਜੀ ਉਹ ਐਸ ਸੱਚ ਅਮਾਉਂਟ ਨੈਗਲੀਜੀਬਲ। क्या मेल्टिंग वेले आ कंडीशन क्लियर है? Yes, sir. Yes, sir. देख लो कितनी के देर Yes. बाद जाके बोलदा Yes, sir. इना क्लियर है? Yes, sir. Yes, sir. Yes, sir. Yes, sir. ਤੇ ਜੇ ਬੋਇਲਿੰਗ ਹੋਏਗਾ ਤੇ ਬੋਇਲਿੰਗ ਵੇਲੇ ਅਸੀਂ ਕਹਿੰਦੇ ਕਿ ਵੀ એનર્ਜੀ ਦੋਨੋਂ ਕੰਮ ਚ ਲੱਗਣੀ ਆ, ਸਟੇਟ ਵੀ ਚੇਂਜ ਕਰਾਏਗੀ ਔਰ ਨਾਲੋਂ ਨਾਲ ਕਹਿੰਦਾ ਜੀ ਐਸ ਸੱਚ ਮੇਰੇ ਕੋਲ ਵੋਲੀਅਮ ਚ ਸਫੀਸ਼ੀਐਂਟ ਅਮਾਉਂਟ ਦੇ ਵਿੱਚ ਐਕਸਪੈਂਸ਼ਨ ਵੀ ਆਏਗੀ। ਇਸ ਲਈ ਉਦੋਂ એનર્ਜੀ ਜਿਹੜੀ ਹੋਏਗੀ ਇਸ ਕੇਸ ਦੇ ਅੰਦਰ, ਠੀਕ ਹੈ, dq ਦਾ ਫਾਰਮੂਲਾ ਤੇ ml ਰਹੇਗਾ ਕਿਉਂਕਿ ਸਟੇਟ ਚੇਂਜ ਫਿਰ ਇਨਵੋਲਵਡ ਆ। ਇਸ ਲਈ ml ਇਕੁਅਲ ਟੂ du ਫਾਰਮ ਚ ਵੀ એનર્ਜੀ ਜਾਏਗੀ ਪਲੱਸ p ਇਨਟੂ v2 ਮਾਈਨਸ v1, यानी इस प्रोसेस से भी एनर्जी यूज होनी है और आ वाले कहंदा जी स्टेट चेंज करन च भी एनर्जी यूज होएगी और इतनी टोटल एनर्जी साडी सप्लाई, मतलब आ टर्म मेल्टिंग वेले नेग्लिजिबल है, बॉइलिंग वेले कहंदा जी मेरे को सफिशिएंट अमाउंट चाहिएगी, यानी ये दो फॉर्म च एनर्जी यूज होएगी। क्या आ दोनों प्रोसेस क्लियर है? Yes, sir. Yes, sir. Yes, sir. चल हुन एक मेन एप्लीकेशन है बेटा फर्स्ट लॉ दी, ठीक है, वो केड़ी आ, ठीक है, वो गल शुरू करन लगे। टॉपिक ये होएगा रिलेशन बिटवीन CP एंड CD, ठीक है जी। इन्हों से लेके चलिए ते ये मेरे को ऐसा च टॉपिक है बनना, इन्हों से नाम देने हैं मेयर्स फार्मूला, ठीक है। मेयर्स फार्मूला बेसिकली आएगा कि भी तुसी CP और CV, CP ਤੇ CV ਅੱਗੇ ਟਰਮ ਦਸੀਆਂ, ਉਹਦੀ ਗੱਲ ਦੁਬਾਰਾ ਇੱਕ ਵਾਰੀ ਕਰਾਂਗਾ, ਉਹਨੇ ਇਹਨਾਂ ਦੋਨਾਂ ਦੇ ਵਿੱਚ ਰਿਲੇਸ਼ਨ ਐਸਟੈਬਲਿਸ਼ ਕਰੋ ਤੇ ਪੁੱਤ ਇਹਦਾ ਸਟੈਂਡਰਡ ਆਪਣੇ ਕੋਲ ਜਿਹੜਾ ਰਿਲੇਸ਼ਨ ਆ ਉਹ ਆ ਜਾਏਗਾ CP CV = R, ਕਿ CP ਔਰ CV ਜਿਹੜੇ ਨੇ ਇਹ ਦੋਨਾਂ ਟਰਮ ਦੇ ਵਿੱਚ ਅਸੀਂ ਕਹਿੰਦੇ ਜਿਹੜਾ ਡਿਫਰੈਂਸ ਹੁੰਦਾ, ਠੀਕ ਹੈ, ਆਪਾਂ ਕਿਹਾ ਸੀ CP always greater than CV, ਕੱਲ ਇਹਦੀ ਡਿਸਕਸ਼ਨ ਕੀਤੀ ਵੀ ਆ, ठीक है। पहला वर्ड तो आप इथों ये लईए CP ਤੇ CV की चीज है, CP CV ਕਿਹਦੇ ਲਈ ਅਸੀਂ यूज करते हैं? हाँ जी अभिजीत
Yes, sir. सीपी ਤੇ ਸੀ ਵਿੱਚ ਕੀ ਫਰਕ ਆ ਬੇਟਾ? ਕਿਸ ਚੀਜ਼ ਵਾਸਤੇ ਸਿੰਬਲ ਯੂਜ਼ ਹੁੰਦੇ ਆ? Sir, specific heat at constant pressure. The CV specific heat at constant volume. ਬਿਲਕੁਲ। ਹਰਸ਼ਲ ਸਪੈਸਿਫਿਕ ਹੀਟ ਕਹਿੰਦਾ ਜੀ ਕੀ ਹੁੰਦੀ ਆ? ਹਰਸ਼ਲ ਓਏ ਨਿਆਣਿਓ ਇੱਕ ਗੱਲ ਯਾਦ ਰੱਖਿਓ, ਮੈਂ ਆਵਾਜ਼ ਦਿੱਤੀ ਔਰ ਜੇ ਤੁਸੀਂ ਨਹੀਂ ਬੋਲੇ ਤੇ ਦੈਟ ਮੀਨ ਤੁਹਾਨੂੰ ਮੇਰੀ ਆਵਾਜ਼ ਨਹੀਂ ਪਹੁੰਚਦੀ ਪਈ, ਮੈਂ ਇੱਥੋਂ ਰਿਮੂਵ ਕਰ ਦੇਣਾ, ਆਪਣੀ ਦੁਬਾਰਾ ਜੁਆਇਨ ਕਰਦੇ ਰਹੀਓ। Is the amount of energy that must be added in the form of heat to 1 unit of mass of the substance in order to increase of 1 unit in temperature. चलो हर्षिता सेम डेफिनेशन बेटा, सीपी ते सीवी की टर्म्स ने? Sir, CP specific heat at constant pressure and CV specific heat at constant volume. की मतलब है स्पेसिफिक हीट एट कांस्टेंट प्रेशर? की मतलब होया इस गल दा? सर ਆਪਾਂ ਜਿੱਦਾਂ specific heat provide ਕਰੀਦੀ ਸਿਸਟਮ, ਜਿੱਦਾਂ ਆਪਾਂ ਵੈਸੇ ਨਾਰਮਲੀ heat provide ਕਰਦੇ ਹਾਂ, ਜਦੋਂ ਆਪਾਂ specific heat provide ਕਰੀਦੀ ਉਹਦੇ ਚ ਆਪਾਂ ਵੋਲਿਊਮ ਨਹੀਂ ਚੇਂਜ ਕਰੀਦਾ, ਵੋਲਿਊਮ constant ਰੱਖੀਦਾ ਵਾ। ਜਦੋਂ CP ਦੀ ਗੱਲ ਆਉਂਦੀ ਆ ਉਹਦੇ ਵਿੱਚ ਆਪਾਂ pressure constant ਰੱਖਦੇ। चलो नमन, सीपी ते सीवी दे विचों ग्रेटर कौन है ते क्यों? नमन सेठ, नमन आवाज आ रही है ना? नमन आवाज आ रही है? नमन मैं रिमूव कर रहा, दोबारा फिर ज्वाइन करने की कोशिश कर जे आवाज नहीं आ रही। हाँ जी रवनीत, रवनीत ते रिदम दोनों विचों बाय सीपी ग्रेटर देन सीवी, वाई सीपी ग्रेटर देन सीवी, रवनीत रिदम दोनों ने पूछया वा। बाकी मेरी आवाज आ रही है? Yes, sir. Yes, sir. ओके रवनीत ते रिदम बोलो जल्दी ने Yes, sir. जेड़ा मर्जी। ओए मैं ना चुक के रिमूव कर देने न्याणे, मैं तुहानू दस दिता अज। Sir, नहीं याद। रवनीत, सचलीन, सचलीन, Yes, sir. वाई सीपी ग्रेटर देन सीवी किदा जस्टिफाई करांगे कि सीपी सीवी तो ग्रेटर हुंदा? सर क्योंकि जो हीट ऐड होती है एट द कांस्टेंट प्रेशर पे, सर वो लाइक फिर जो सर जिस सब्सटेंस में जो हीट ऐड होती है कांस्टेंट प्रेशर पे वो फिर एक्सपैंड एंड वर्क करता है, सो इसलिए। तू दसना तो तू हाँ, पूछना थोड़ा वा। तू अपनी एक्सप्लेनेशन दे दे कि भी सीपी सीवी तो क्यों ग्रेटर है। सर क्योंकि व्हेन गैस क्योंकि सर जब गैस ऐड होती है कांस्टेंट वॉल्यूम पे, जो वर्क डन सर जो वर्क होता है वो इंक्रीज करता है इंटरनल एनर्जी ऑफ द सिस्टम। ओके और सीपी वेले की हुंदा? सीपी वेले सर जो सर उस पे वर्क डन करता है तो वो सर ओवरकम करने की कोशिश करता है प्रेशर एंड एक्सपैंड करता है वॉल्यूम, क्योंकि सर इंटरनल एनर्जी ऑफ द सिस्टम इंक्रीज हुई होती है, दैट्स व्हाई सीपी ग्रेटर देन होता है सीवी। चलो रजत वालिया, रजत बीर सिंह वालिया, सेम क्वेश्चन, वाई सीपी ग्रेटर देन सीवी? रजत बीर सिंह वालिया आवाज आ रही है? मनरूप कौर,
मनरूप कौर, Yes, sir. same question. Why CP greater than CB? Sir, नहीं आंदा. मनरूप उच्ची बोल, तेरी आवाज नहीं आ रही. मनिंदर ठीक लिख रहे हैं बेटा. हाँ मनरूप Sir, बोल. मैं type कर दा. हाँ बोल पुत्र. बेटे आ बड़ी प्रॉब्लम है जेड़ा न्याणे बोलते नहीं ना तुसी लोग. फर्स्ट लॉ दे बेस ते ओदी एक्सप्लेनेशन बनावो कि वाई सीपी ग्रेटर देन सीबी. ते बहुत सौखा वा. ਅਸੀਂ ਕਿਹਾ ਕਿ ਵੀ ਜਦੋਂ ਸੀਪੀ ਦੀ ਗੱਲ ਕਰਾਂਗੇ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਵੀ ਅਮਾਉਂਟ ਆਫ ਹੀਟ એનર્ਜੀ ਰਿਕੁਆਇਰਡ to increase the temperature of 1 gram mole of a gas to 1 degree Celsius at constant pressure. ठीक है, ਤੇ ਦੂਜੀ ਵਾਰੀ constant volume. ਅਸੀਂ ਇਹ ਕਿਹਾ ਕਿ ਜਦੋਂ ਤੁਸੀਂ SH CP ਤੇ CV ਨੂੰ ਡਿਫਾਈਨ ਕਰਦੇ ਹੋ ਨਾ ਤੇ ਇਹਨਾਂ ਦੋਨਾਂ ਟਰਮ ਵਾਸਤੇ ਅਸੀਂ ਆਹ ਰਿਲੇਸ਼ਨ ਵਰਤਦੇ ਹਾਂ. dq equal to du plus p dv. ਇਹਦੇ ਵਿੱਚ ਜਦੋਂ ਕਾਂਸਟੈਂਟ ਵੋਲਿਊਮ ਦੀ ਗੱਲ ਕਰਾਂਗਾ, ਵੋਲਿਊਮ ਕਾਂਸਟੈਂਟ ਰੱਖ ਲਿਆ ਤੇ ਇਹਦਾ ਮਤਲਬ ਆਟਮ ਜ਼ੀਰੋ ਹੋ ਗਈ. ਆਟਮ ਜ਼ੀਰੋ ਹੋ ਗਈ ਇਹਦਾ ਮਤਲਬ ਇਹ ਹੋ ਗਿਆ ਗੈਸ ਦੀ ਐਕਸਪੈਂਸ਼ਨ ਕਰਵਾਉਣ ਵਾਸਤੇ ਸਾਨੂੰ ਕੋਈ એનર્ਜੀ ਨਹੀਂ ਚਾਹੀਦੀ ਕਿਉਂਕਿ ਅਸੀਂ ਐਕਸਪੈਂਡ ਹੋਣ ਹੀ ਨਹੀਂ ਦੇਣਾ. ਅਸੀਂ ਪਿਸਟਨ ਇਹਦਾ ਇੱਥੇ ਰੋਕ ਲਿਆ ਹੋਇਆ, ਪਿਸਟਨ ਇਹਦਾ ਅਪਵਰਡ ਮੂਵ ਨਹੀਂ ਕਰ ਰਿਹਾ, ਇਸ ਲਈ ਇਹਦੇ ਵੋਲਿਊਮ 'ਚ ਚੇਂਜ ਨਹੀਂ ਆ ਰਹੀ. ਇਸ ਲਈ ਇਸ ਕੰਮ ਵਾਸਤੇ ਕੋਈ એનર્ਜੀ ਨਹੀਂ ਲੱਗ ਰਹੀ. ਜਿੰਨੀ એનર્ਜੀ ਮੈਂ ਗੈਸ ਨੂੰ ਦਿੰਨਾ ਪਿਆ dq ਇਹ ਸਿਰਫ ਔਰ ਸਿਰਫ ਸਿਸਟਮ ਦੀ ਇੰਟਰਨਲ એનર્ਜੀ ਨੂੰ ਇਨਕਰੀਜ਼ ਕਰਨ ਲਈ ਲੱਗਦੀ ਪਈ. ਔਰ ਇੰਟਰਨਲ એનર્ਜੀ ਦੇ ਇਨਕਰੀਜ਼ ਕਰਨ ਦਾ ਮਤਲਬ ਆ ਉਹਦੇ ਟੈਂਪਰੇਚਰ ਨੂੰ ਇਨਕਰੀਜ਼ ਕਰਨ 'ਚ ਯੂਜ਼ ਹੋ ਰਹੀ ਹੈ. ਤੇ ਫਿਰ ਜਿੰਨੀ એનર્ਜੀ ਦਿੱਤੀ ਜੇ ਸਿਰਫ ਔਰ ਸਿਰਫ ਉਹ ਟੈਂਪਰੇਚਰ ਵਧਾਉਣ ਵਾਸਤੇ ਲੱਗੇਗੀ ਤੇ ਇਸ ਲਈ ਉਸ ਕੇਸ ਦੇ ਅੰਦਰ ਤੁਹਾਡਾ 1 ਗ੍ਰਾਮ ਮੋਲ ਜਿਹੜਾ ਵਾ ਉਹਦਾ ਟੈਂਪਰੇਚਰ ਜਲਦੀ 1 ਡਿਗਰੀ ਵੱਧ ਜਾਣਾ. ਠੀਕ ਹੈ, ਪਰ ਜੇ ਮੈਂ ਇਹੀ ਕੰਮ ठीक है जी कांस्टेंट प्रेशर रख के करना ते आ टर्म जिन्हों से कहना कि जीरो हो जाएगी, ये जीरो नहीं होनी. ਇਹਦਾ ਮਤਲਬ ਹੁਣ ਤੁਹਾਡੀ dq ਵਾਲੀ એનર્ਜੀ ਨਾ ਦੋ ਥਾਂ ਤੇ ਵੰਡੀ ਗਈ. ਠੀਕ ਹੈ, ਇਹਦਾ ਕੁਝ ਪੋਰਸ਼ਨ ਟੈਂਪਰੇਚਰ ਇਨਕਰੀਜ਼ ਕਰਨ ਚ ਲੱਗਿਆ ਔਰ ਕੁਝ એનર્ਜੀ ਮੇਰੇ ਵਰਕ ਡਨ ਫॉर ਐਕਸਪੈਂਸ਼ਨ ਚ ਯੂਜ਼ ਹੋ ਗਈ. ਤੇ ਫਿਰ ਜੇ ਮੇਰੀ ਗਿਵਨ એનર્ਜੀ ਦੋ ਥਾਂ ਤੇ ਵੰਡੀ ਗਈ ਆ ਤੇ ਇਹਦਾ ਮਤਲਬ ਇਸ ਕੰਮ ਵਾਸਤੇ એનર્ਜੀ ਜਿੰਨੀ ਪਹਿਲਾਂ ਅਵੇਲੇਬਲ ਸੀਗੀ ਹੁਣ ਅੱਗੇ ਨਾਲੋਂ ਇਸ ਕੰਮ ਵਾਸਤੇ એનર્ਜੀ ਘੱਟ ਅਵੇਲੇਬਲ ਹੋ. Yes, sir. Yes, sir. Yes, sir. ਇਸ ਲਈ ਜੇ ਇਸ ਵੇਲੇ એનર્ਜੀ ਮੇਰੀ ਇੱਥੇ ਘੱਟ ਕਿੰਨਾ ਜੀ ਅਵੇਲੇਬਲ ਹੋਈ ਇਹਦਾ ਮਤਲਬ 1 ਗ੍ਰਾਮ ਮੋਲ ਦਾ 1 ਡਿਗਰੀ ਟੈਂਪਰੇਚਰ ਅਜੇ ਵੱਧ ਨਹੀਂ ਪਾਇਆ ਤੇ ਫਿਰ ਉਹਦਾ ਟੈਂਪਰੇਚਰ 1 ਡਿਗਰੀ ਵਧਾਉਣ ਵਾਸਤੇ ਮੈਨੂੰ ਐਕਸਟਰਾ ਹੀਟ ਦੇਣੀ ਪਏਗੀ. ਜੇ ਮੈਨੂੰ ਐਕਸਟਰਾ ਹੀਟ ਦੇਣੀ ਪੈ ਰਹੀ ਆ ਤੇ ਇਹਦਾ ਮਤਲਬ ਇਹ ਹੋਏਗਾ ਇਸ ਸੈਕਿੰਡ ਕੇਸ ਦੇ ਅੰਦਰ ਜਿਹੜੀ એનર્ਜੀ ਰਿਕੁਆਇਰਡ ਆ 1 ਗ੍ਰਾਮ ਦਾ 1 ਗ੍ਰਾਮ ਮੋਲ ਦਾ 1 ਡਿਗਰੀ ਟੈਂਪਰੇਚਰ ਵਧਾਉਣ ਲਈ ਉਹ એનર્ਜੀ ਜ਼ਿਆਦਾ ਰਿਕੁਆਇਰਡ ਆ ਐਸ ਕੰਪੇਅਰ ਟੂ the the case when volume remain constant. क्या एक्सप्लेनेशन समझ लगती पई? लिख सकते हो अपने वर्ड च के लिखावा? बेटे बोलेगा, मेरी आवाज आ रही है? सर लिखा दो तुसी. मैं लिखावा? हाँ जी सर. लिखो जल्दी जल्दी लिखो, 2 मिनट दे विच लिखोगे सारे जने. मैं रिकॉर्डिंग पॉज कर रहा, कैमरा ऑन कर दियो. Yes, sir. Yes, sir. ਹੁਣ ਆਪਣੇ ਦਾ ਟੌਪਿਕ ਜਿਹੜਾ ਉਹ ਸ਼ੁਰੂ ਕਰਨ ਲੱਗਿਆ ਬੇਟਾ. ਹੁਣ ਉਹਨੇ ਇਹੀ ਕਿਹਾ ਕਿ ਵੀ ਸੀਪੀ ਜੇ ਸੀਬੀ ਤੋਂ ਗ੍ਰੇਟਰ ਹੈਗਾ ਤੇ ਸੀਪੀ ਔਰ ਸੀਬੀ ਦਾ ਆਪਸ ਵਿੱਚ ਰਿਲੇਸ਼ਨ ਐਸਟੈਬਲਿਸ਼ ਕਰੋ ਬੇਟਾ. ਔਰ ਪੁੱਤ ਰਿਲੇਸ਼ਨ ਐਸਟੈਬਲਿਸ਼ ਕਰਨ ਲਈ ਆਪਾਂ ਇਹਦੇ ਵਿੱਚ ਜਿਹੜੀ ਟਰਮ ਲੈ ਰਹੇ ਤੀਜਾ ਵਰਡ ਐਡ ਕਰਦਾ ਪਿਆ ਗੈਸ ਕਾਂਸਟੈਂਟ. ਯਾਨੀ ਜੇ ਆਰ ਨੂੰ ਲੈ ਕੇ ਚੱਲਾਂ ਸੀਪੀ ਤੇ ਸੀਬੀ ਦਾ ਜਦੋਂ ਵੀ ਡਿਫਰੈਂਸ ਲਵਾਂਗੇ 1 ਮੋਲ ਵਾਸਤੇ ਹਮੇਸ਼ਾ ਉਹਦੀ ਵੈਲਿਊ ਫਿਕਸ ਰਹੇਗੀ ਔਰ ਉਹਦੀ ਵੈਲਿਊ ਦੀ ਜਿਹੜੀ ਐਸਐਚ ਟਰਮ ਆਈ ਆ ਉਸ ਨੂੰ ਗੈਸ ਕਾਂਸਟੈਂਟ ਕਹਿੰਦੇ ਆ ਔਰ ਗੈਸ ਕਾਂਸਟੈਂਟ ਦੀ ਵੈਲਿਊ ਹੁੰਦੀ ਆ 8.314
जाउल पर मोल पर केल्विन, ठीक है, यानी इन्नी एडिशनल एनर्जी रिक्वायर्ड होएगी, ठीक है, इन्नी एडिशनल एनर्जी रिक्वायर्ड होएगी जे तुहाडे कोल 1 मोल दा 1 डिग्री टेंपरेचर असी इंक्रीज कर रहे हैं। मतलब जे 1 केल्विन टेंपरेचर दा मैं डिफरेंस लेके आना, गैस दी अमाउंट मैनू 1 मोल गिवन आ ते मैनू 8.314 जाउल एनर्जी एक्स्ट्रा चाहिदी आ, ठीक है जी, जदों मैं प्रेशर नू कांस्टेंट कीता होएगा। क्या आ वैल्यू क्लियर आ? yes sir, yes sir, yes sir, ਜੇ ਅਸੀਂ ਜਾਊਲ ਦੀ ਥਾਂ ਤੇ ਇਹਨੂੰ ਕੈਲਰੀ ਚ ਬੋਲੀਏ ਤੇ ਅਪਰੋਕਸੀਮੇਟਲੀ 2 ਕੈਲਰੀ ਦਾ ਡਿਫਰੈਂਸ ਹੁੰਦਾ। ਆਪਾਂ ਜੇ ਐਸਐਚਆ ਲਈਏ 1 ਕੈਲਰੀ ਸਾਡੀ 4.2 ਜਾਊਲ ਆ ਬੇਟਾ, ਤੇ ਜੇ ਅਸੀਂ ਇਹਨੂੰ ਰਫਲੀ ਇਹਨੂੰ 4 ਗਿਣ ਕੇ ਚੱਲ ਪਈਏ ਤੇ ਇਹਦਾ ਮਤਲਬ ਔਰ ਇਹਨੂੰ 8 ਲੈ ਲਵਾਂ ਤੇ ਇਹਦਾ ਮਤਲਬ ਅਪਰੋਕਸੀਮੇਟਲੀ 2 ਕੈਲਰੀ ਹੀਟ એનર્ਜੀ ਜ਼ਿਆਦਾ ਲੱਗਦੀ ਆ, ठीक है, 1 मोल का टेंपरेचर 1 केल्विन इंक्रीज करने वास्ते, ठीक है जी, इन केस ऑफ कहना कांस्टेंट प्रेशर, यानी वॉल्यूम नालों प्रेशर कांस्टेंट जो रखते हो तो 2 कैलोरी एक्स्ट्रा हीट सानू रिक्वायर्ड है। क्या गल क्लियर है सारी? yes sir, yes sir, चल ਹੁਣ ਇਹੀ ਇਹਨਾਂ ਦੋਨਾਂ ਟਰਮ ਦੇ ਅੰਦਰ ਉਹਨੇ ਆਪਣੇ ਕੋਲ ਰਿਲੇਸ਼ਨ ਐਸਟੈਬਲਿਸ਼ ਕਰਾਇਆ ਵਾ ਕਿ ਵੀ ਇਸ ਫਾਰਮੂਲੇ ਨੂੰ ਡਰਾਈਵ ਕਰੋ। और हुण इहनू एज सच समझियो ध्यान नाल, पहले स्टार्टिंग च जो थ्योरी है लिख रहा, ठीक है जी, लेट अस कंसीडर 1 ग्राम मोल ऑफ एन आइडियल गैस, ठीक है, 1 ग्राम मोल ऑफ एन आइडियल गैस which is heated, तुसीं 1 ग्राम मोल लोगे गैस का और उसी उन्होंने हीट करना शुरू करते पे, which is heated at constant volume, which is heated at constant volume, ठीक है। इस मोमेंट ते गैस ਨੂੰ ਜਦੋਂ ਹੀਟ ਕਰਦੇ ਪਏ वॉल्यूम कांस्टेंट रख के ਅਸੀਂ ਉਹਦਾ ਟੈਂਪਰੇਚਰ ਚੇਂਜ ਕਰਦੇ ਪਏ ਹਾਂ, ठीक है, क्योंकि स्पेसिफिक हीट ਦੀ ਡੈਫੀਨੇਸ਼ਨ ਚ ਫਿਰ ਵਾਪਸ ਚੱਲਾ ਤਾਂ ਅਸੀਂ ਇਹ ਲਾਈਨ ਲੈਣੇ ਕਿ ਵੀ ਅਮਾਉਂਟ ਆਫ ਹੀਟ ਰਿਕੁਆਇਰਡ ਟੂ ਇਨਕਰੀਜ਼ ਦਾ ਟੈਂਪਰੇਚਰ ਆਫ 1 ਮੋਲ ਬਾਈ 1 ਡਿਗਰੀ। ਇਹਦਾ ਮਤਲਬ ਇਹ ਹੋ ਗਿਆ ਬੇਟਾ, ਮੈਂ ਲਾਈਨ ਕਿਉਂ ਬੋਲੀ ਆ, ਜਦੋਂ ਅਸੀਂ ਗੈਸ ਨੂੰ ਹੀਟ ਕਰਾਂਗੇ ਤੇ ਮਤਲਬ ਅਸੀਂ ਹੀਟ એનર્ਜੀ ਸਪਲਾਈ ਕਰ ਰਹੇ ਹਾਂ ਔਰ ਜਿਹੜੀ ਹੀਟ એનર્ਜੀ ਸਪਲਾਈ ਕਰਦੇ ਪਏ ਹਨਾ ਉਹ ਗੈਸ ਦਾ ਟੈਂਪਰੇਚਰ ਚੇਂਜ ਕਰਦੀ, ਤੇ ਅਸੀਂ ਉੱਪਰ ਦੱਸ ਕੇ ਆਏ ਕਿ dq ml ਉਦੋਂ ਲਾਈਦਾ ਜਦੋਂ ਸਟੇਟ ਚੇਂਜ ਹੋਵੇ ਤੇ ਜੇ ਟੈਂਪਰੇਚਰ ਚੇਂਜ ਹੋਵੇ ਫਿਰ ਫਾਰਮੂਲਾ ਕਿਹੜਾ ਜੀ, ਜੇ ਟੈਂਪਰੇਚਰ ਚੇਂਜ ਹੋਵੇ ਫਿਰ ਫਾਰਮੂਲਾ ਕਿਹੜਾ ਬੇਟਾ, ms delta t, ms delta t, ठीक है। ਉਸੇ ਦੀ ਗੱਲ ਹੁਣ ਕਰਦੇ ਪਏ 1 ग्राम मोल आइडियल गैस ਦਾ ਹੀਟ ਕੀਤਾ ਐਟ ਕਾਂਸਟੈਂਟ ਵੋਲਿਊਮ ਟੂ ਇਨਕਰੀਜ਼ ਦਾ ਟੈਂਪਰੇਚਰ, to increase the temperature through small range, ठीक है, through small range dt। ਅਸੀਂ ਕਿਹਾ ਬੇਟਾ ਅਸੀਂ ਐਸਐਚ 1 ਗ੍ਰਾਮ ਮੋਲ ਲਿੱਤਾ, ਉਹਦਾ ਟੈਂਪਰੇਚਰ ਅਸੀਂ ਐਸਐਚ 1 ਡਿਗਰੀ ਚ ਚੇਂਜ ਕਰਾਣਾ, ਜਿਹੜੀ ਅਸੀਂ dt ਰੇਂਜ ਉਹਦੀ ਰੱਖ ਲਈ, ਤੇ ਇਸ ਕੇਸ ਦੇ ਅੰਦਰ ਤੁਸੀਂ ਅਮਾਉਂਟ ਆਫ ਹੀਟ એનર્ਜੀ ਦੇ ਜਦੋਂ ਦੋਗੇ। ਹੁਣ ਇੱਕ ਫਰਕ ਸਮਝ ਲਿਓ, ਜੇ ms ਡੈਲਟਾ t ਲਵਾਂ ਤਾਂ ਅਸੀਂ ਮਾਸ ਜਿਹੜਾ ਵਾ 1 ਗ੍ਰਾਮ ਰੱਖਦੇ ਪਏ, ਅਸੀਂ 1 ਮੋਲ ਦਾ ਮਾਸ ਇਸ ਵੇਲੇ 1 ਗ੍ਰਾਮ ਡਿਫਾਈਨ ਕਰਦੇ ਪਏ। क्या ਇੰਨੀ ਗੱਲ ਕਲੀਅਰ ਆ? yes sir, therefore इस केस ਦੇ ਅੰਦਰ ਜਿਹੜਾ dq ਆਏਗਾ, ਜਿਹੜਾ dq ਦਾ ਫਾਰਮੂਲਾ ਹੋਏਗਾ, ਪੂਰਾ ਫਾਰਮੂਲਾ ਲਿਖਾਂ ਤੇ ਜਦੋਂ ਤੁਸੀਂ ਐਸ ਸੱਚ ਇਹਨੂੰ ਮੋਲ ਵਿੱਚ ਡਿਫਾਈਨ ਕਰਦੇ ਹੋ ਤੇ ਆਪਾਂ ਆਪਣਾ ਫਾਰਮੂਲਾ ਜਿਹੜਾ ਡਿਫਾਈਨ ਕਰ ਲਿਆ n c dt, ठीक है। n मेरे नंबर ऑफ मोल आ, ਆਪਾਂ ਗੈਸ ਦਾ 1 ਮੋਲ ਡਿਫਾਈਨ ਕਰਦੇ ਪਏ ਔਰ ਇਹਨੂੰ ਕਾਂਸਟੈਂਟ ਵੋਲਿਊਮ ਤੇ ਹੀਟ ਕਰਦਾ ਪਿਆ, ਇਸ ਲਈ ਇੱਥੇ ਨੰਬਰ ਆਫ ਮੋਲ ਜਿਹੜੇ ਹੋਗੇ n ਦੀ ਥਾਂ ਤੇ 1 ਆ ਗਿਆ ਔਰ ਕਾਂਸਟੈਂਟ ਵੋਲਿਊਮ ਤੇ ਇਹਨੂੰ ਹੀਟ ਕਰਦੇ ਪਏ, ਇਸ ਲਈ c ਦੀ ਥਾਂ ਤੇ cv ਆ ਗਿਆ। क्या dq ਦਾ ਫਾਰਮੂਲਾ ਕਲੀਅਰ ਹੈ ਜੀ? yes sir, yes sir, Yes, sir. सो आ मेरे को एसएच dq ਦਾ ਫਾਰਮੂਲਾ ਆ ਗਿਆ ਔਰ ਕਿਉਂਕਿ ਵੋਲਿਊਮ ਕਾਂਸਟੈਂਟ ਆ, ਅਸੀਂ ਇਸ ਲਈ ਗੈਸ ਨੂੰ ਹੀਟ ਕੀਤਾ ਕਾਂਸਟੈਂਟ ਵੋਲਿਊਮ ਤੇ ਵੋਲਿਊਮ ਕਾਂਸਟੈਂਟ ਵਾਲੇ ਕੇਸ ਦੇ ਅੰਦਰ
also dw equal to pdv ਹੁੰਦਾ dw equal to pdv ਹੁੰਦਾ और क्योंकि वॉल्यूम कांस्टेंट है इसलिए dv वाली टर्म 0 यानी आ टर्म मेरी 0 आ जाएगी ठीक है और जेडी सिस्टम दी इंटरनल एनर्जी है ਉਹਨੂੰ ਅਸੀਂ du लेके फर्स्ट लॉ अप्लाई करिए now according to first law of thermodynamics according to first law of thermodynamics की फॉर्मूला जी फर्स्ट लॉ दा dq is equals to du plus dw. dq equal to du plus dw ਤੇ ਇਸ ਫਾਰਮੂਲੇ ਦੇ ਅੰਦਰ ਆਪਣੀਆਂ ਕੰਡੀਸ਼ਨ ਸਬਸਟੀਟਿਊਟ ਕਰ ਦੋ dq ਦੀ ਥਾਂ ਤੇ ਮੇਰੇ ਕੋਲ ਆ ਜਾਏਗਾ cv dt du as such रहेगा और dw ਦੀ ਥਾਂ ਤੇ ਮੇਰੇ ਕੋਲ ਆ ਗਿਆ 0 ਇਹਦਾ ਮਤਲਬ ਆਪਣੇ ਇਸ ਕੇਸ ਦੇ ਅੰਦਰ ਜਿਹੜਾ du ਆ ਇਹਦੀ ਵੈਲਿਊ cv dt ਬਣ ਗਈ क्या आ वैल्यू क्लियर है Yes sir. yes sir Yes sir. ਚਲ ਹੁਣ ਆਪਾਂ ਜਿੱਦਾਂ ਪਹਿਲੇ ਵਾਲੇ ਕੇਸ ਦੇ ਅੰਦਰ ਆਪਾਂ ਗੈਸ ਨੂੰ ਹੀਟ ਕੀਤਾ ਐਟ ਕਨਸਟੈਂਟ ਵੋਲੀਅਮ ਰੱਖ ਕੇ ਆਹੀ ਸੇਮ ਕੰਡੀਸ਼ਨ ਫੇਰ ਆ ਠੀਕ ਹੈ ਬਟ ਐਟ ਕਨਸਟੈਂਟ ਪ੍ਰੈਸ਼ਰ ਰੱਖ ਕੇ ਯਾਨੀ ਦੁਬਾਰਾ ਥਿਉਰੀ ਨਹੀਂ ਲਿਖ ਰਿਹਾ ਆਪਾਂ ਇਹੀ ਸੇਮ ਵਰਡ ਰਿਪੀਟ ਕਰਦੇ ਨਾਓ ਵੀ ਹੀਟ ਦਾ ਗੈਸ ਐਟ ਕਨਸਟੈਂਟ ਵੋਲੀਅਮ ਐਟ ਕਨਸਟੈਂਟ ਪ੍ਰੈਸ਼ਰ ਠੀਕ ਹੈ ਨਾਓ ਵੀ ਹੀਟ ਦਾ ਗੈਸ now we heat the gas at constant pressure ਤੇ ਜਦੋਂ constant pressure ਰੱਖਾਂਗਾ dq ਦੀ ਵੈਲਿਊ ਕਿੰਨੀ ਬਣੀ dw ਦੀ ਕਿੰਨੀ ਬਣੀ du ਦੀ ਕਿੰਨੀ ਬਣੀ ਤਿੰਨੇ ਵੈਲਿਊ ਦੁਬਾਰਾ ਸੇ ਡਿਫਾਈਨ ਕਰਨ ਲੱਗੇ ਠੀਕ ਹੈ ਜੀ therefore dq ਡੈਸ਼ ਕਰ ਦਿਓ ਸਿੰਬਲ ਦੂਜੀ ਪਹਿਲੇ ਵਾਲੀ ਵੇਰੀਏਬਲ dq du dw ਆ ਗਏ ਦੂਜੀ ਵਾਲੀ ਸਾਰੇ ਡੈਸ਼ ਨਾਲ ਵੇਰੀਏਬਲ ਦਿੱਤੇ ਫਾਈਂਡ ਕਰ ਰਹੇ ਹਾਂ नंबर ऑफ मोल अपना 1 ही रहेगा हीट करना एट कांस्टेंट प्रेशर रख के यानी 1 into cp into dt क्या आ dq डैश दी वैल्यू क्लियर है yes sir Yes sir. ਤੇ dw डिफाइन करिए ਤੇ dw ਦੀ ਵੈਲਿਊ pdv ਹੁਣ pdv 0 ਨਹੀਂ ਹੈਗਾ ਕਿਉਂਕਿ ਪ੍ਰੈਸ਼ਰ ਕਾਂਸਟੈਂਟ ਆ ਵੋਲਿਊਮ ਚੇਂਜ ਹੁੰਦਾ ਪਿਆ ਇਸ ਲਈ dw ਦੀ ਵੈਲਿਊ pdv ਅਗਲੀ ਟਰਮ ਤੁਹਾਡੀ ਸਮਝਣ ਵਾਲੀ ਆ इंटरनल एनर्जी दी चेंज टेंपरेचर नाल लिंक आ जदों तुसी गैस नू हीट करना dt रेंज ऑफ टेंपरेचर ली आइदर एट कांस्टेंट वॉल्यूम और एट कांस्टेंट टेंपरेचर और एट कांस्टेंट प्रेशर तो इंटरनल एनर्जी टेंपरेचर डिपेंडेंट आ और टेंपरेचर दी चेंज वॉल्यूम कांस्टेंट रख के भी और टेंपरेचर दी चेंज प्रेशर कांस्टेंट रख के भी दोनों बारी ਅਸੀਂ सेम लेके आए हैं बेटे थोड़ा जिहा ध्यान नाल समझण वाला टॉपिक आ ਜਦੋਂ ਤੁਸੀਂ ਪਹਿਲੋ ਗੈਸ ਨੂੰ ਹੀਟ ਕੀਤਾ ਉਦੋਂ ਵੀ ਅਸੀਂ ਟੈਂਪਰੇਚਰ ਦੀ ਚੇਂਜ ਕਿੰਨੀ ਲਿਆਂਦੀ ਆ ਕੋਈ ਆਵਾਜ਼ ਆ ਰਹੀ ਆ बेटे Yes sir. आवाज आ रही है yes sir yes sir Yes sir. Yes sir. ਬੱਚੇ ਬੋਲਿਆ ਕਰੋ ਤੇ ਪਹਿਲੋ ਵੀ ਜਦੋਂ ਤੁਸੀਂ ਗੈਸ ਨੂੰ ਹੀਟ ਕੀਤਾ ਉਹ dt ਰੇਂਜ ਵਾਸਤੇ ਕੀਤਾ Yes sir. yes sir ਜਦੋਂ ਅਸੀਂ Yes, ਗੈਸ sir. ਹੀਟ ਕਰਦੇ ਪਏ ਆ dt ਰੇਂਜ ਵਾਸਤੇ ਕਰਦੇ ਪਏ ਹਾਂਜੀ sir. yes sir ਵਾਰੀ ਜੇ ਦੋਨੋਂ ਵਾਰੀ ਟੈਂਪਰੇਚਰ ਦੀ ਚੇਂਜ ਸੇਮ ਆ ਇਹਦਾ ਮਤਲਬ ਇਹ ਹੋਏਗਾ ਇੰਟਰਨਲ એનર્ਜੀ ਦੀ ਚੇਂਜ ਵੀ ਸੇਮ ਆਏਗੀ ਇਹਦਾ ਮਤਲਬ ਜਿੰਨਾ du ਹੋਏਗਾ ਇਹੀ ਤੁਹਾਡੇ ਕੋਲ du ਡੈਸ਼ ਦੀ ਵੀ ਵੈਲਿਊ ਆਏਗੀ ਇਹਦਾ ਮਤਲਬ ਜੇ ਆਪਾਂ ਇਸੇ ਲਾਈਨ ਉੱਤੇ ਡਿਫਾਈਨ ਕਰੀਏ ਠੀਕ ਹੈ ਤੇ ਇਹਨੂੰ ਉੱਪਰ ਕਰ ਰਹੇ ਹਾਂ ਇਸ ਪੋਰਸ਼ਨ ਨੂੰ ਜੇ ਆਪਾਂ ਗੈਸ ਨੂੰ ਹੀਟ ਕਰਦੇ ਪਏ as the temperature change remains same as temperature change remains same therefore change in internal energy remains the same in two cases
केवल दोनों केसेस दे अंदर मेरी इंटरनल एनर्जी दी चेंज जेहड़ी आ वो सेम होएगी दैट इज du इक्वल टू du डैश और du दी वैल्यू साडे कोल आ पिछले केस च बनी पई आ du दी वैल्यू साडी cv dt आई आ ਇਹਦਾ मतलब यही वैल्यू मेरी du डैश दी भी बनेगी इन्नी गल समझ लगी Yes, sir. Yes, sir. इस करके जे इथे डिफाइन करिए ते du डैश दी वैल्यू cv dt ही कंसीडर कर लांगा हुण मेरे को du डैश दी वैल्यू भी आ गई dq डैश दी वैल्यू भी लिख ली dw डैश दी वैल्यू भी आ गई फिर दोबारा फर्स्ट लॉ अप्लाई करो नाउ अकॉर्डिंग टू फर्स्ट लॉ dq डैश इक्वल टू du डैश प्लस dw डैश क्लियर है जी Yes, sir. Yes, Yes, sir. sir. Yes, sir. ਇਹਦਾ ਮਤਲਬ ਇਹਨਾਂ ਦੀ ਵੈਲਿਊ ਪੁੱਟ ਅਪ ਕਰੀਏ dq ਡੈਸ਼ ਸਾਡਾ ਬਣਿਆ ਵਾ cp dt du ਡੈਸ਼ ਦੀ ਵੈਲਿਊ ਸਾਡੀ ਇੱਥੋਂ ਆ ਗਈ ਕਿੰਨਾ ਜੀ cv dt और dw डैश की वैल्यू साडी आ गई pd ठीक है ਅਸੀਂ cp cv यानी डिफरेंस ऑफ स्पेसिफिक हीट ਕੱਢਣਾ ਵਾ ਉਹਦੇ ਲਈ ਆ ਟਰਮ ਐਸ ਇੱਕ ਸਾਈਡ ਤੇ ਲੈ ਕੇ ਚੱਲੀਏ ਆਪਾਂ ਡਿਫਾਈਨ ਇਹਨੂੰ ਤੇ देयरफॉर cp cv dt ਇਹ pd ਵੀ ਦੇ ਇਕੁਅਲ ਆ ਜੂਗੀ Yes, sir. ਹੁਣ ਜਿਹੜੀ ਟਰਮ ਅਸੀਂ ਬਣਾਣੀ ਉਹ ਚਾਹ ਦੇਖਦਾ ਪਿਆ cp cv r ਦੇ ਬਰਾਬਰ ਆ ਇਹਦਾ ਮਤਲਬ ਆਪਾਂ ਆ ਟਰਮ ਨੂੰ ਅਰੇਂਜ ਕਰਨਾ ਉਹਦੇ ਵਾਸਤੇ ਆਪਾਂ ਇੱਥੇ ਡਿਫਾਈਨ ਕਰਦੇ ਪਏ ਕਹਿੰਦਾ ਜੀ pd ਇਕੁਅਲ ਟੂ rt ਪੂਰਾ ਲਿਖਾਂ ਤੇ pd ਇਕੁਅਲ ਟੂ nrt ਆ ਪਰ ਨੰਬਰ ਆਫ ਮੋਲ ਅਸੀਂ ਗੈਸ ਦੇ ਬੰਨ ਲਿੱਤਾ ਵਾ ਇਸ ਲਈ n ਦੀ ਵੈਲਿਊ 1 ਚੱਲਦੀ ਪਈ ਹੈ ਇਸ ਲਈ ਆਪਣੇ ਕੋਲ ਇਸ ਕੇਸ ਦੇ ਅੰਦਰ ਠੀਕ ਹੈ ਆਪਣੇ ਇਸ ਕੇਸ ਦੇ ਅੰਦਰ ਜੇ n 1 ਵਾ ਤੇ देयरफॉर ਆਪਣੇ ਕੋਲ pd ਇਕੁਅਲ ਟੂ rt ਆ ਗਿਆ Yes, sir. Yes, ਪਰ sir. ਇਸ ਵੇਲੇ ਇਹ ਸਾਰਾ ਪ੍ਰੋਸੈਸ ਜਿਹੜਾ ਵਾ ਅਸੀਂ ਕਨਸਟੈਂਟ ਪ੍ਰੈਸ਼ਰ ਤੇ ਕਰਦੇ ਪਏ ਇਹਦਾ ਮਤਲਬ ਜੇ ਮੈਂ ਇਸ ਰਿਲੇਸ਼ਨ ਤੋਂ ਦੇਖਾਂ ਤੇ ਪ੍ਰੈਸ਼ਰ ਕਨਸਟੈਂਟ ਆ ਆਰ ਗੈਸ ਕਨਸਟੈਂਟ ਆ ਇਹ ਮਤਲਬ ਦੋ ਚੀਜ਼ਾਂ ਚੇਂਜ ਹੋ ਰਹੀਆਂ ਵਾ ਵੋਲੀਅਮ ਚੇਂਜ ਹੋ ਰਿਹਾ ਤੇ ਟੈਂਪਰੇਚਰ ਚੇਂਜ ਹੋ ਰਿਹਾ ਇਹਨੀ ਗੱਲ ਸਮਝ ਲੱਗੀ Yes, sir. Yes, sir. ਐਸ ਸੱਚ ਇਸ ਵੇਰੀਏਸ਼ਨ ਨੂੰ ਸਟੱਡੀ ਕਰਨਾ ਤੇ ਆਪਾਂ ਇਹਦਾ ਲਿਖ ਦਿੰਦੇ ਹਾਂ ਡਿਫਰੈਂਸ਼ੀਏਟ ਜਦੋਂ ਤੁਸੀਂ ਚੇਂਜ ਲੈਣੀ ਆ ਕਿਉਂਕਿ ਇੱਥੇ pdv ਬਣਦਾ ਬੇਟਾ ਇੱਥੇ pdv ਬਣਦਾ ਪਿਆ ਮੇਰੇ ਕੋਲ ਇੱਥੇ pb ਆਇਆ ਵਾ ਇਹਦਾ b ਤੋਂ dd ਬਣਾਉਣ ਵਾਸਤੇ ਯਾਨੀ ਐਸ ਸੱਚ ਵੋਲੀਅਮ ਦੀ ਚੇਂਜ ਲੈਣ ਵਾਸਤੇ ਅਸੀਂ ਇਹਨੂੰ ਡਿਫਰੈਂਸ਼ੀਏਟ ਕਰਦੇ ਠੀਕ ਹੈ ਡਿਫਰੈਂਸ਼ੀਏਟ ਇਟ ਵਿਦ ਰਿਸਪੈਕਟ ਟੂ ਟੈਂਪਰੇਚਰ ਇਹਨੂੰ ਟੈਂਪਰੇਚਰ ਦੇ ਰਿਸਪੈਕਟਿਵਲੀ ਜਾਂ ਵੋਲੀਅਮ ਦੇ ਰਿਸਪੈਕਟਿਵਲੀ ਡਿਫਰੈਂਸ਼ੀਏਟ ਕਰ ਦੋ ਤੇ देयरफॉर वी कैन राइट ठीक है p into dv by dt p into dv by dt यानी इधरों डिफरेंशिएशन ते p ते v ਦੀ ਦੋਨਾਂ ਦੀ ਹੋਣੀ ਆ ਪਰ ਕਿਉਂਕਿ p ਪ੍ਰੈਸ਼ਰ ਇਸ ਮੋਮੈਂਟ ਤੇ ਕਾਂਸਟੈਂਟ ਆ ਕਾਂਸਟੈਂਟ ਅਸੀਂ ਡਿਫरेंशिएशन ਤੋਂ ਪਹਿਲਾਂ ਹੀ ਬਾਹਰ ਲਿਖ ਲਿਆ क्या इन्हीं गल समझ लगी Yes, sir. Okay, और इधरों चलना पे r मेरा कांस्टेंट है तो इसमें d by dt ऑफ t आ जाएगा हाँ जी, sir. ਹੁਣ ਇਥੋਂ ਜੇ ਕਰੀਏ ਹਾਂਜੀ sir. t ਪਾਵਰ 1 ਆ ਤੇ t ਪਾਵਰ 1 ਦੀ ਡਿਫਰੈਂਸ਼ੀਏਸ਼ਨ ਕਰਾ ਵਿਦ ਰਿਸਪੈਕਟ ਟੂ ਟੈਂਪਰੇਚਰ ਤੇ ਇਹ 1 ਹੀ ਰਹਿ ਜੂ ਬੇਟਾ Yes, sir. मतलब Yes. कि पावर रूल लावा जे किसी नहीं याद है कि पावर रूल लगा लो ते 1 पावर t नाल मल्टीप्लाई करके ऊपर 1 - 1 यानी 0 पावर रह जानी ਇਹਦਾ मतलब आ dt by dt वाली सारी टर्म ਜਿਹੜੀ ਆ ਇਹ 1 ਬਣ ਜੂ Yes, sir. therefore ਆਪਣੇ ਕੋਲ ਜਿਹੜਾ ਸਟੈਪ ਬਣਿਆ ਉਹ ਟਰਮ ਆ ਜਾਏਗੀ t dv by dt equal to r which implies p into dv equal to r into dt क्या आ स्टेप क्लियर है Yes, sir. Yes, sir. इक्वेशन नंबर 1 ਸੀਗੀ ਜੇ ਹੁਣ ਇਹੀ ਵੈਲਿਊ pdv ਦੀ ਥਾਂ ਤੇ ਆਪਾਂ ਇਕੁਏਸ਼ਨ 1 ਚ ਭਰ ਦਈਏ ਪੁੱਟ ਇਨ 1 ਤੇ ਆਪਣੇ ਕੋਲ ਰਿਲੇਸ਼ਨ ਆ ਜਾਏਗਾ cp cv dt cp cv dt और pdv ਦੀ ਥਾਂ ਤੇ ਟਰਮ ਆ ਗਈ r dt ਤੇ ਆ dt कैंसिल हो जाएगा ਤੇ देयरफॉर ਸਾਡੇ ਕੋਲ ਰਿਲੇਸ਼ਨ ਆ ਜਾਣਾ cp cv equal to r क्या आ रिलेशन क्लियर है Yes, sir.
Yes, sir. Yes, sir. पेपर ਲਈ ਇੰਪੋਰਟੈਂਟ ਆ ਰਿਲੇਸ਼ਨ, ਠੀਕ ਹੈ ਜੀ। क्या ਇਹਦੇ ਸਟੈਪ ਸਾਰਿਆਂ ਨੂੰ ਕਲੀਅਰ ਆ? Yes, sir. Yes, sir. ਇੱਕ ਮਿੰਟ ਪੌਜ਼ ਦੇ ਰਿਹਾ, ਜੇ ਇਹਦੇ ਵਿੱਚ ਲੱਗ ਰਿਹਾ ਕੋਈ ਸਟੈਪ ਪੁੱਛਣ ਵਾਲਾ ਤਾਂ ਇੱਕ ਵਾਰੀ ਨਿਗਾਹ ਮਾਰੋ ਤੇ ਮੈਨੂੰ ਦੁਬਾਰਾ ਦੱਸੋ। ਜੇ ਇੰਨਾ ਕਲੀਅਰ ਹੈ ਤਾਂ ਫਿਰ ਆਪਾਂ ਕੰਟੀਨਿਊ ਕਰਾਂਗੇ। ਪਹਿਲਾਂ ਅਗਲੇ ਕੁਐਸਚਨ ਚ ਦੇਖੋ ਕੁਝ ਹੈ ਪੁੱਛਣ ਵਾਲਾ। ਇੱਕ ਵਾਰੀ ਆਪਾਂ ਗੈਸ ਨੂੰ ਹੀਟ ਕਰਦੇ ਪਏ, ਗੈਸ ਦਾ 1 ਮੋਲ ਲਿੱਤਾ ਵਾ, ਇੱਕ ਵਾਰੀ ਗੈਸ ਨੂੰ ਹੀਟ ਕਰਾਂਗੇ ਪ੍ਰੈਸ਼ਰ ਕਾਂਸਟੈਂਟ ਰੱਖ ਕੇ ਔਰ ਇੱਕ ਵਾਰੀ ਵੋਲਿਊਮ। ਪਹਿਲਾਂ ਵੋਲਿਊਮ ਕਾਂਸਟੈਂਟ ਰੱਖ ਕੇ ਅਸੀਂ ਫਰਸਟ ਲਾਅ ਅਪਲਾਈ ਕਰਦੇ ਆ। ਉਹਦੇ ਚ ਫਰਸਟ ਲਾਅ ਚ dq ਦੀ ਵੈਲਿਊ, du ਦੀ ਵੈਲਿਊ ਤੇ dw ਤਿੰਨਾਂ ਦੀ ਵੈਲਿਊ ਭਰਨੀ ਆ। ਇਹਦੇ ਵਿੱਚ ਸਾਡੇ ਕੋਲ dw 0 ਹੋ ਗਿਆ, dq ਦੀ ਵੈਲਿਊ cv dt ਬਣ ਗਈ, ਠੀਕ ਹੈ। और ये दोनों वैल्यू की हेल्प ਨਾਲ ਅਸੀਂ du ਕੱਢ ਲਿਆ, du ਦੀ ਵੈਲਿਊ cv dt। और ਇਹ ਅੱਗੇ ਵਾਸਤੇ ਬਹੁਤ ਥਾਂ ਲਈ ਯਾਦ ਰੱਖਿਓ, ਇਹ ਇੱਕ ਨਹੀਂ 10 ਥਾਂ ਤੇ ਸਾਨੂੰ ਵੈਲਿਊ ਦੀ ਲੋੜ ਵੀ ਪੈਣੀ ਆ ਕਿ du ਜਿਹੜਾ ਵਾ ਉਹ cv dt ਦੇ ਬਰਾਬਰ ਆ। ਇਹ ਜਦੋਂ ਕਿਤੇ ਅੱਗੇ ਲੋੜ ਆ, ਕਿੱਦਾਂ ਲੋੜ ਪੈਣੀ, ਆਪਾਂ ਬਾਰ-ਬਾਰ ਕਈ ਵਾਰੀ ਆ ਰਿਲੇਸ਼ਨ ਇਦਾਂ ਲਿਖਾਂਗੇ ਵੀ ਨੋ ਦੈਟ cv equal to du by dt। ਜਿੱਥੇ ਆ ਚੀਜ਼ ਦੀ ਯੂਜ਼ ਕਰਦਾ ਪਿਆ ਇਸ ਨਾਲ ਉੱਥੇ ਗੈਸ ਦਾ 1 ਮੋਲ ਯੂਜ਼ ਕੀਤਾ ਵਾ ਸੀ और उस 1 मोल वास्ते cv ਦੀ वैल्यू इंटरनल एनर्जी दी टेंपरेचर दे नाल डिफरेंशिएशन करके आंदी आ। क्या आ क्लियर आ? Yes, sir. Yes, sir. चलो सो ਇਹ ਤੋਂ ਅਸੀਂ ਫਿਰ du ਦੀ ਵੈਲਿਊ ਕੱਢ ਕੇ ਰੱਖ ਲਈ। ਇਹ du ਦੀ ਵੈਲਿਊ ਕਾਂਸਟੈਂਟ ਵੋਲਿਊਮ ਵਾਲੇ ਕੇਸ 'ਚ ਬਣ ਗਈ। ਇਸ ਤੋਂ ਬਾਅਦ ਫਿਰ ਅਸੀਂ ਕਿਹਾ ਜੀ ਸੇਮ ਪ੍ਰੋਸੈਸ ਫਿਰ ਰਿਪੀਟ ਕਰੋ, ਉਹੀ ਗੈਸ ਨੂੰ ਦੁਬਾਰਾ ਹੀਟ ਕਰੋ ਪਰ ਹੁਣ ਪ੍ਰੈਸ਼ਰ ਕਾਂਸਟੈਂਟ ਰੱਖ ਕੇ ਕਰੋ। ਜਦੋਂ ਪ੍ਰੈਸ਼ਰ ਕਾਂਸਟੈਂਟ ਰੱਖ ਕੇ ਕਰਾਂਗੇ ਤੇ dq ਡੈਸ਼ ਦੀ ਵੈਲਿਊ ਸਾਡੀ cp dt ਬਣ ਗਈ। ਅੱਗੇ dw 0 ਸੀਗਾ, ਹੁਣ dw ਦੀ ਨਾਨ ਜ਼ੀਰੋ ਵੈਲਿਊ ਆ ਗਈ। ਔਰ ਤੀਜੀ ਕੰਡੀਸ਼ਨ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਦੋਨੋਂ ਵਾਰੀ ਗੈਸ ਨੂੰ ਜਦੋਂ ਹੀਟ ਕੀਤਾ ਤੇ ਟੈਂਪਰੇਚਰ ਦੀ ਰੇਂਜ ਸੇਮ ਆ, ਯਾਨੀ ਸੇਮ ਰੇਂਜ ਲਈ ਟੈਂਪਰੇਚਰ ਅਸੀਂ ਚੇਂਜ ਕਰਾਇਆ ਤੇ ਜੇ ਟੈਂਪਰੇਚਰ ਦੋਨੋਂ ਵਾਰੀ ਸੇਮ ਰੇਂਜ 'ਚ ਚੇਂਜ ਹੋਇਆ ਵਾ ਤੇ ਇਹਦਾ मतलब इंटरनल एनर्जी दी चेंज भी दोनों केसेस च सेम है। क्या आ लाइन क्लियर है? Yes, sir. Yes, sir. इसलिए जे इंटरनल एनर्जी दी चेंज सेम है बेटा ते फिर जेडी वैल्यू तुसी कांस्टेंट वॉल्यूम रख के इंटरनल एनर्जी दी कड्डी आ, यही वैल्यू तुम्हारी कांस्टेंट कहना जी एसएच प्रेशर वेले भी यूज हो जी। इसलिए साडे को du डैश दी वैल्यू ते du दी वैल्यू सेम आ गई। क्लियर है बच्चे? Yes, sir. Yes, sir. ਇਹ ਦਿਮਾਗ 'ਚ ਰੱਖਿਓ ਉਹ ਆਰਟੀਕਲ ਤੁਹਾਡਾ ਰੁਕਣਾ ਵਾ ਹਨਾ, ਉਹ ਇਸੇ ਸਟੈਪ ਕਰਕੇ ਰੁਕਣਾ ਕਿ ਵੀ du ਡੈਸ਼ ਕਿੱਥੋਂ ਕੱਢਣਾ ਤੇ du ਡੈਸ਼ ਦੀ ਵੈਲਿਊ ਸੀ ਪਿਛਲੇ ਸਟੈਪ 'ਚ ਜਿਹੜੀ du ਕੱਢਿਆ ਉਹਦੇ ਵਾਲੀ ਹੀ ਯੂਜ਼ ਕਰ ਲੈਣੀ, ਠੀਕ ਹੈ। ਔਰ ਫਿਰ ਦੁਬਾਰਾ ਫਰਸਟ ਲਾਅ ਅਪਲਾਈ ਕਰ ਦਈਏ ਤੇ ਫਰਸਟ ਲਾਅ ਅਪਲਾਈ ਕਰਕੇ ਉਹਦੇ 'ਚ dq ਡੈਸ਼ ਦੀ ਵੈਲਿਊ, du ਡੈਸ਼ ਦੀ ਵੈਲਿਊ ਤੇ dw ਦੀ ਵੈਲਿਊ ਹਨਾ, ਤਿੰਨੇ ਵੈਲਿਊ ਤੇ ਸਬਸਟੀਟਿਊਟ ਕਰ ਲਓ। ਮੁੜ ਕੇ ਜਾ ਕੇ ਇੱਥੇ ਇੱਕ ਸਟੈਪ ਦਿਮਾਗ 'ਚ ਫੇਰ ਰੱਖਣਾ ਪਏਗਾ कि भी जेड़ा रिलेशन बनया ਇਹਦੇ ਚੋਂ PdV ਨੂੰ ਐਲੀਮੀਨੇਟ ਕਰਨਾ, ਉਹਦੇ ਵਾਸਤੇ ਅਸੀਂ ਰਿਲੇਸ਼ਨ ਆਈਡੀਅਲ ਗੈਸ ਇਕੁਏਸ਼ਨ ਯੂਜ਼ ਕਰ ਲਈ। 1 ਮੋਲ ਵਾਸਤੇ ਲਗਾਣੀ ਆ, ਇਸ ਲਈ Pv RT ਲਗਾ। ਹੁਣ ਇਹਨੂੰ ਜੇ ਮੈਂ ਐਸਐਚ ਪ੍ਰੋਪਰ ਬੋਲਾਂ ਨਾ ਬੇਟਾ, ਆਹ ਸਟੈਪ ਤੋਂ ਬਾਅਦ ਬੁੱਕ ਦੇ ਵਿੱਚ ਜਦੋਂ ਦੇਖੋਗੇ ਤੇ ਡਾਇਰੈਕਟ ਉਹਨੇ ਆ ਲਿਖਿਆ ਵਾ, ਅਸੀਂ ਇਹਨੂੰ ਇਹ ਕਹਿ ਦਈਦਾ ਪਾਰਸ਼ੀਅਲ ਡਿਫਰੈਂਸ਼ੀਏਸ਼ਨ ਕਰੋ। ਪਾਰਸ਼ੀਅਲ ਡਿਫਰੈਂਸ਼ੀਏਸ਼ਨ ਵਰਡ ਦਾ ਮਤਲਬ ਇਹ ਹੁੰਦਾ इंडिविजुअल जिहदी चेंज हैगी है सिर्फ वो चेंज दिखा दिओ की आई ते असी इत्थे कहिए ते वॉल्यूम दी चेंज आ, इधर कहिए ते टेंपरेचर दी चेंज आ, इसलिए इनु P into डेल्टा V ते इनु R into डेल्टा T यानी P into dV ते इक्वल टू R into dt आ सीधा इथों लिख सकते सी, पर आपां इनु प्रॉपर डिफरेंशिएट करके दिखा दिता कि भी वॉल्यूम दी चेंज टेंपरेचर दे नाल नाल हुंदी पई। इसलिए वेरिएबल दो सीगे, असी एसएच वॉल्यूम दी डिफरेंशिएशन विद रिस्पेक्ट टू टेंपरेचर कर लई। क्या आ स्टेप क्लियर है? Yes, sir. इसलिए अपने को इधरों जो पीवी दी डिफरेंशिएशन करोगे कांस्टेंट बन के बाहर रह जाएगा ते वॉल्यूम दी डिफरेंशिएशन विद रिस्पेक्ट टू टेंपरेचर लिखी, आरटी दी डिफरेंशिएशन दे चो आर कांस्टेंट बन के बाहर रह जाएगा ते ਅਸੀਂ टी दी डिफरेंशिएशन लिखी। आ t ਦੀ ਪਾਵਰ 1 ਸੀਗੀ ਲਿਖਿਆ, ਐਕਚੁਅਲ ਦੇ ਵਿੱਚ t ਆ, t ਡੈਸ਼ ਨਾ ਪੜ ਲਈ ਉਹਨੂੰ, ਇਸ ਲਈ ਇੱਥੇ ਟੈਂਪਰੇਚਰ ਦੀ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ ਟੈਂਪਰੇਚਰ ਕਰ ਦਿੱਤਾ। ਆ ਟਰਮ ਮੇਰੀ 1 ਬਣ ਗਈ, ਬਾਕੀ ਟਰਮ ਰੀਅਰੇਂਜ ਕਰ ਲਓ, ਇਸ ਲਈ ਆਪਣਾ p dv r dt ਦੇ ਬਰਾਬਰ ਆ ਜਾਊਗਾ। ਕਲੀਅਰ ਆ? Yes, sir.
Yes. ਤੇ ਉਹਦੇ ਚ ਇਹਨੂੰ ਸੋਲਵ ਕਰ ਲਓ ਤੇ ਆਪਣਾ ਰਿਲੇਸ਼ਨ ਜਿਹੜਾ CP - CB = R ਇਹ ਆਪਣਾ ਡਰਾਈਵ ਹੋ ਜਾਊ। ਕਲੀਅਰ ਹੈ ਨਾ? Yes. Yes, sir. ਚਲੋ ਇਹ ਇੱਕ ਇੰਪੋਰਟੈਂਟ ਸੀਗੀ ਤੁਹਾਡੀ ਡੈਰੀਵੇਸ਼ਨ, ਠੀਕ ਹੈ ਜੀ, ਆਂਦੀ ਹੋਣੀ ਚਾਹੀਦੀ ਸਾਰਿਆਂ ਨੂੰ। ਮੇਅਰਸ ਫਾਰਮੂਲੇ ਦੇ ਨਾਮ ਤੇ ਪੇਪਰ ਦੇ ਵਿੱਚ ਕੁਐਸਚਨ ਬਣ ਕੇ ਆਂਦਾ ਹੁੰਦਾ, ਹੋ ਜਾਊਗਾ।